ਸੰਭਾਲ ਸਕੇ ਰਾਜ ਭਾਗ ਭਾਰਾ ਸੀ। ਭਾਰਾ ਹੈ ਸੀ ਰੋਗ ਸੋਗ, ਫੁੱਟ ਮਾਰੇ ਕੁੱਟ ਕੁੱਟ, ਪੁੱਟ ਪੁੱਟ ਬਾਗ ਸਤਲੁਜ ਬੀਚ ਡਾਰਾ ਸੀ। ਡਾਰਾ ਸੀ ਗੁਆਂਢੀਆਂ ਨੇ ਜਾਲ ਆ ਵਿਸਾਲ ਸਾਰੇ, ਘਰ ਘਰ ਪੈਰ ਆ ਪਾਖੰਡ ਨੇ ਪਸਾਰਾ ਸੀ। ਚਾਰਾ ਸੀ ਨਾ ਕੋਈ ਤਦੋਂ ਚੱਲਦਾ ਕਰਤਾਰ ਸਿੰਘਾ, ਚੱਲ ਕੇ ਕੁਪੰਥ ਪੰਥ ਰਾਜ ਭਾਗ ਹਾਰਾ ਸੀ। ਹਾਰਾ ਸੀ ਨਸੀਬ ਜਦੋਂ ਖਾਲਸੇ ਨੇ ਆਲਸੇ ਹੋ, ਮਨਮਤ ਚੰਦਰੀ ਕੁਪੇਚ ਆਏ ਡਾਰਾ ਸੀ। ਡਾਰਾ ਸੀ ਪ੍ਰਤਾਪ ਆਪ ਚੌੜ ਕਰ ਰੌੜ ਬੀਚ, ਪੰਥ ਗੂੜੀ ਨੀਂਦ ਸੁੱਤਾ ਜਾਗ ਨਾ ਸੰਭਾਰਾ ਸੀ। ਭਾਰਾ ਸੀ ਬੇਸਾਰਾ ਪੰਥ ਗੁਰੂ ਗ੍ਰੰਥ ਬਾਣੀ ਭੁੱਲਾ, ਚੱਲ ਕੇ ਕੁਰੀਤੀਆਂ ਤੇ ਬੇੜਾ ਹੋ ਰਿਹਾ ਬੇਸਹਾਰਾ ਸੀ। ਉਸ ਵੇਲੇ ਕਲਾ ਵਰਤਾਈ ਮਹਾਰਾਜ ਨੇ ਜਗਾਈ ਜੋਤ, ਭੈਣੀ ਰਾਈਆਂ ਵਿੱਚ ਭਇਓ ਭਾਨ ਉਜਿਆਰਾ ਸੀ। ਪੂਰਨ ਪ੍ਰਤਾਪੀ ਨਾਮ ਜਾਪੀ ਥਾਪੀ ਸਿੱਖੀ ਸਾਖ, ਸਿਦਕ ਭਰੋਸੇ ਤੋਸੇ ਬੋਲ ਤੋਲ ਭਾਰਾ ਸੀ। ਭਾਰਾ ਸੀ ਜਮਾਲ ਤੇ ਕਮਾਲ ਦੀ ਤਾਸੀਰ ਭਾਰੀ, ਨਾਮ ਦਾ ਵਜਾਇਆ ਸਾਰੇ ਜਗ ਤੇ ਨਗਾਰਾ ਸੀ। ਗਾਰਾ ਸੀ ਕਰਤਾਰ ਸਿੰਘਾ ਬਾਬਾ ਰਾਮ ਸਿੰਘ ਜੀ ਨੇ, ਕਾਮ ਕ੍ਰੋਧ ਲੋਭ ਮੋਹ ਦੁਸ਼ਟ ਹੰਕਾਰਾ ਸੀ। ਸੋ ਸਰਬੱਤ ਮਾਈ ਭਾਈ ਇੱਕ ਵਾਰ ਕਿਰਪਾ ਕਰੋ, ਸਭ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ। ਸਤਸੰਗੀ ਜਨੋ, ਆਪ ਜੀ ਗਰੀਬ ਨਵਾਜ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਇਤਿਹਾਸ ਸਰਵਣ ਕਰ ਰਹੇ ਹੋ। ਹੁਣ ਤੱਕ ਆਪਾਂ ਇੱਥੋਂ ਤੱਕ ਵਿਚਾਰ ਕਰ ਚੁੱਕੇ ਹਾਂ ਕਿ ਗਰੀਬ ਨਵਾਜ 12ਵੇਂ ਪਾਤਸ਼ਾਹ ਸਤਿਗੁਰੂ ਰਾਮ ਸਿੰਘ ਗਰੀਬ ਨਵਾਜ ਜੀ ਫੌਜ ਦੀ ਨੌਕਰੀ ਛੱਡ ਕੇ ਲੁਧਿਆਣੇ ਆਪਣੇ ਮਾਮੇ ਦੇ ਗ੍ਰਹਿ ਵਿਖੇ ਪਹੁੰਚੇ ਹਨ। ਉੱਥੋਂ ਦੇ ਕੁਛ ਕੌਤਕ ਮੈਂ ਆਪ ਜੀ ਨਾਲ ਉਸ ਦਿਨ ਬਿਆਨ ਕੀਤੇ ਸਨ। ਅੱਜ ਫਿਰ ਇੱਕ ਦੋ ਅਰਜ਼ਾਂ ਉਸ ਦੇ ਸੰਬੰਧ ਵਿੱਚ ਕਰਕੇ ਫਿਰ ਇਤਿਹਾਸ ਦੀ ਲੜੀ ਨੂੰ ਅੱਗੇ ਚਲਾਵਾਂਗੇ। ਗਰੀਬ ਨਵਾਜ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਆਪਣੇ ਸਤਿਕਾਰਯੋਗ ਮਾਮਾ ਹਰੀ ਸਿੰਘ ਜੀ ਨਾਲ ਬਚਨ ਕਰਦੇ ਨੇ, ਮਾਮਾ ਤੂੰ ਬੜਾ ਖੋਟਾ ਹੈ। ਉਹਨੇ ਅਰਜ਼ ਕੀਤੀ, ਜੀ ਮੇਰੇ ਵਿੱਚ ਕੀ ਖੋਟ ਹੈ? ਸਤਿਗੁਰੂ ਸੱਚੇ ਪਾਤਸ਼ਾਹ ਬਚਨ ਕੀਤਾ, ਤੂੰ ਮਾਮੀ ਨੂੰ ਮਾਰਦਾ ਹੈ। ਉਹਨਾਂ ਅਰਜ਼ ਕੀਤੀ, ਜੀ ਮਾਰਦਾ ਮੈਂ ਇਹਨੂੰ ਤਾਂ ਹਾਂ ਜਦੋਂ ਮੈਂ ਮਜ਼ਦੂਰਾਂ ਨੂੰ ਕਾਰੀਗਰਾਂ ਨੂੰ ਪੈਸੇ ਦੇਣ ਲੱਗਦਾ ਤੇ ਇਹ ਵਿੱਚੇ ਬੋਲ ਪੈਂਦੀ ਹੈ, ਇਹ ਕਹਿੰਦੀ ਹੈ ਵੱਧ ਪੈਸੇ ਦਿਓ। ਚਲੋ ਜੇ ਇਹ ਗੱਲ ਕਰਨੀ ਵੀ ਹੋਵੇ ਤੇ ਅੰਦਰ ਵੜ ਕੇ ਕੀਤੀ ਜਾ ਸਕਦੀ ਹੈ। ਉਹਨਾਂ ਦੇ ਸਾਹਮਣੇ ਇਹ ਮੈਨੂੰ ਕਹਿੰਦੀ ਹੈ ਵੀ ਤੁਸੀਂ ਪੈਸੇ ਇਹਨਾਂ ਨੂੰ ਘੱਟ ਕਿਉਂ ਦਿੰਦੇ ਹੋ, ਵੱਧ ਦਿਓ। ਇਸ ਵਾਸਤੇ ਮੈਨੂੰ ਗੁੱਸਾ ਆਉਂਦਾ ਅਤੇ ਮੈਂ ਤਾਂ ਕਰਕੇ ਇਸ ਤਰ੍ਹਾਂ ਕਰਦਾ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਬਚਨ ਕੀਤਾ, ਆ ਮਾਮਾ ਤੇਰਾ ਖੋਟ ਕੱਢੀਏ। ਖੱਬੀ ਬਾਂਹ ਨੂੰ ਆਪਣੇ ਹਸਤਕਮਲ ਦੀ ਤਲੀ ਨਾਲ ਮਲ ਕੇ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਧੱਫਾ ਮਾਰਿਆ ਅਤੇ ਬਚਨ ਕੀਤਾ, ਸੁਣਾ ਮਾਮਾ ਦੇ ਖਬਰਾਂ। ਅਤੇ ਉਹਨਾਂ ਨੇ ਅਰਜ਼ ਕੀਤੀ, ਜੀ ਹੌਲਾ ਫੁੱਲ ਹੋਏ ਗਿਆ ਹਾਂ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੂਸਰੀ ਵਾਰੀ ਫਿਰ ਉਵੇਂ ਹੀ ਕੀਤਾ, ਬਚਨ ਕੀਤਾ, ਹੁਣ ਦੱਸ। ਅਤੇ ਅਰਜ਼ ਕੀਤੀ, ਜੀ ਹੁਣ ਤਾਂ ਮੈਂ ਉੱਡਣ ਵਾਲਾ ਹੋਏ ਗਿਆ ਹਾਂ। ਭਾਵ ਇਹ ਸੀ ਕਿ ਇਹ ਸਤਿਗੁਰੂ ਪੂਰੇ ਦੀ ਵਡਿਆਈ ਹੈ ਕਿ ਉਹ ਕਿਸੇ ਜੀਵ ਦੇ ਖੋਟ ਨੂੰ, ਪਾਪ ਨੂੰ, ਕੁਕਰਮ ਨੂੰ ਕੱਟ ਕੇ ਉਸ ਨੂੰ ਹੌਲਾ ਫੁੱਲ ਕਰ ਦਿੰਦੇ ਨੇ। ਉਸ ਦੇ ਸਿਰ ਉੱਤੇ ਪਾਪਾਂ ਦੀ ਜਿਹੜੀ ਪੋਟ ਚੜ੍ਹੀ ਹੋਈ ਹੈ ਉਸ ਨੂੰ ਉਤਾਰ ਦਿਆ ਕਰਦੇ ਹਨ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਥੇ ਇਹ ਵੀ ਸਿੱਧ ਕਰਨਾ ਚਾਹੁੰਦੇ ਨੇ ਕਿ ਜੇ ਤੁਸੀਂ ਕਿਸੇ ਕੋਲੋਂ ਕੰਮ ਕਰਾਉਂਦੇ ਹੋ, ਕਿਸੇ ਮਜ਼ਦੂਰ ਕੋਲੋਂ, ਕਿਸੇ ਕਾਰੀਗਰ ਕੋਲੋਂ, ਤੇ ਅਜਿਹਾ ਨਾ ਕੀਤਾ ਜਾਵੇ ਕਿ ਉਸ ਨੂੰ ਉਸ ਦਾ ਮਿਹਨਤਾਨਾ, ਉਸ ਦਾ ਇਵਜ਼ਾਨਾ ਪੂਰਾ ਨਾ ਦਿੱਤਾ ਜਾਵੇ। ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ,
ਕਿਸੇ ਦੀ ਮਿਹਨਤ ਜਿਹੜੀ ਹੈ ਉਹ ਪੂਰੀ ਦੇਣੀ ਚਾਹੀਦੀ ਹੈ, ਕਿਉਂਕਿ ਉਹਨੇ ਵੀ ਆਪਣਾ ਪਰਿਵਾਰ ਪਾਲਣਾ, ਬੱਚੇ ਪਾਲਣੇ ਨੇ। ਅਤੇ ਇਸ ਦੇ ਨਾਲ ਇਹ ਵੀ ਹੈ ਕਿ ਜੇ ਅਸੀਂ ਉਸ ਦੀ ਮਿਹਨਤ ਪੂਰੀ ਨਹੀਂ ਦਿੰਦੇ ਤਾਂ ਉਹ ਪਰਾਇਆ ਹੱਕ ਹੈ। ਜਿਸ ਪਰਾਏ ਹੱਕ ਬਾਰੇ ਸਤਿਗੁਰੂ ਜੀ ਕਹਿੰਦੇ ਨੇ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੇ, ਜਾਂ ਮੁਰਦਾਰ ਨਾ ਖਾਏ। ਇਹ ਪਰਾਇਆ ਹੱਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਮੁਰਦਾ ਖਾਣ ਦੇ ਤੁੱਲ ਹੈ। ਹਿੰਦੂ ਵਾਸਤੇ ਗਊ ਦੇ ਤੁੱਲ ਹੈ, ਮੁਸਲਮਾਨ ਵਾਸਤੇ ਇਹ ਸੂਰ ਦੇ ਤੁੱਲ ਹੈ। ਭਾਵ ਇਸ ਤੋਂ ਬਚਣਾ ਚਾਹੀਦਾ। ਖਾਸ ਕਰਕੇ ਜਿਹੜੇ ਲੋਕ ਅਧਿਆਤਮਿਕ ਖੇਤਰ ਵਿੱਚ ਕਦਮ ਰੱਖਦੇ ਨੇ, ਜਿਹੜੇ ਲੋਕ ਧਰਮ ਦੇ ਖੇਤਰ ਵਿੱਚ ਆਉਂਦੇ ਨੇ, ਉਹਨਾਂ ਨੂੰ ਪਰਾਏ ਹੱਕ ਤੋਂ ਬਚਣਾ ਚਾਹੀਦਾ। ਉਸ ਦਿਨ ਆਪ ਜੀ ਨੇ ਸਰਵਣ ਕੀਤਾ ਸੀ ਕਿ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਜੀ ਇੱਕ ਪ੍ਰਣ ਆਪਣੀ ਜ਼ਿੰਦਗੀ ਪਰ ਨਿਭਾਇਆ ਕਿ ਉਹ ਕਿਸੇ ਸਿੱਖ ਦੇ ਘਰੋਂ ਵੀ ਪ੍ਰਸ਼ਾਦਾ ਨਹੀਂ ਸਨ ਛਕਦੇ। ਉਸ ਦਾ ਭਾਵ ਵੀ ਇਹ ਹੀ ਹੈ ਕਿ ਜਿਹੜਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਇੱਕ ਤਾਂ ਇਹ ਹੈ ਕਿ ਅਗਲੇ ਦੀ ਮਰਿਆਦਾ ਕੈਸੀ ਹੈ। ਮਰਿਆਦਾ ਘੱਟ ਹੋਣ ਕਰਕੇ ਵੀ ਤੁਹਾਡਾ ਮਨ ਜਿਹੜਾ ਹੈ ਉਸ ਦੀਆਂ ਬਿਰਤੀਆਂ ਖਿੰਡ ਜਾਇਆ ਕਰਦੀਆਂ ਨੇ, ਮਨ ਸਥਿਰ ਨਹੀਂ ਰਹਿੰਦਾ। ਦੂਸਰੀ ਗੱਲ ਇਹ ਹੈ ਕਿ ਜਦੋਂ ਪਰਾਇਆ ਹੱਕ ਆ ਜਾਂਦਾ ਉਦੋਂ ਮਨ ਦਾ ਮੈਲਾ ਹੋਣਾ ਸੁਭਾਵਿਕ ਹੈ। ਜਦੋਂ ਮਨ ਮੈਲਾ ਹੋ ਗਿਆ, ਵਿਚਾਰ ਮੈਲੇ ਹੋ ਗਏ, ਫਿਰ ਕਰਮ ਵੀ ਮੈਲੇ ਹੋ ਜਾਣਗੇ। ਜਦੋਂ ਕਰਮ ਮੈਲੇ ਹੋ ਗਏ ਮਨੁੱਖ ਦੇ, ਤੇ ਫਿਰ ਯਾਦ ਰਹੇ ਕਿ ਫਿਰ ਪਰਮਾਰਥ ਵੀ ਮੈਲਾ ਹੋ ਜਾਏਗਾ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਹੁਕਮ ਕਰਦੇ ਨੇ ਕਿ ਜਿਸ ਦਾ ਪ੍ਰਸ਼ਾਦਾ ਪਾਣੀ ਠੀਕ ਹੈ, ਆਹਾਰ ਠੀਕ ਹੈ, ਉਸ ਦੇ ਵਿਚਾਰ ਠੀਕ ਹੋਣਗੇ। ਜਿਸ ਦੇ ਵਿਚਾਰ ਠੀਕ ਹੋਣਗੇ ਉਸ ਦਾ ਆਚਾਰ ਠੀਕ ਹੋਵੇਗਾ, ਭਾਵ ਆਚਰਣ ਠੀਕ ਹੋਵੇਗਾ। ਅਤੇ ਜਿਸ ਦਾ ਆਚਾਰ ਠੀਕ ਹੋਵੇਗਾ ਉਸ ਦਾ ਪਰਮਾਰਥ ਵੀ ਠੀਕ ਹੋਵੇਗਾ। ਸੋ ਇਸ ਵਾਸਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨਾਲ ਦੀ ਨਾਲ ਇਹ ਸਿੱਖਿਆ ਵੀ ਕਿਰਪਾ ਕਰਕੇ ਬਖਸ਼ਿਸ਼ ਕਰ ਰਹੇ ਹਨ। ਸਤਿਗੁਰੂ ਸੱਚੇ ਪਾਤਸ਼ਾਹ ਬਾਹਰ ਨਿਕਲਦੇ ਨੇ, ਜਦੋਂ ਘਰ ਤੋਂ ਬਾਹਰ ਜਾਂਦੇ ਨੇ, ਇੱਕ ਮੰਦਰ ਹੈ, ਉੱਥੇ ਆਰਤੀ ਹੋ ਰਹੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਤੇਜਵਾਨ ਸਰੂਪ ਨਾਲ ਉਹ ਜਿਹੜੇ ਆਰਤੀ ਕਰਨ ਵਾਲੇ ਪੰਡਤ ਨੇ ਉਹਨਾਂ ਵੱਲ ਵੇਖਦੇ ਹਨ। ਜਦੋਂ ਉਹਨਾਂ ਨੂੰ ਐਸਾ ਸਰੂਪ ਦਾ ਦਰਸ਼ਨ ਹੁੰਦਾ ਅਤੇ ਸਤਸੰਗੀ ਜਨੋਂ ਉਹ ਡਰ ਜਾਂਦੇ ਨੇ ਅਤੇ ਉਹ ਆਰਤੀ ਕਰਦੇ ਹੋਏ ਆਪਣੀਆਂ ਟੱਲੀਆਂ ਢੋਲਕੀਆਂ ਆਦਿਕ ਛੱਡ ਕੇ ਭੱਜ ਜਾਂਦੇ ਨੇ ਉੱਥੋਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮੂਰਤੀਆਂ ਨੂੰ ਖਿੰਡਾ ਪਿੰਡਾ ਦਿੰਦੇ ਨੇ। ਇੱਥੇ ਭਾਵ ਇਹ ਨਹੀਂ ਕਿ ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਦੇ ਹਿਰਦੇ ਨੂੰ ਕੋਈ ਠੇਸ ਪਹੁੰਚਾਉਣਾ ਚਾਹੁੰਦੇ ਨੇ, ਜਾਂ ਇੱਥੇ ਭਾਵ ਇਹ ਵੀ ਨਹੀਂ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ ਹੁਕਮ ਕਰਦੇ ਨੇ ਵੀ ਤੁਸੀਂ ਮੂਰਤੀਆਂ ਨੂੰ ਕਿਉਂ ਪੂਜਦੇ ਹੋ। ਮੈਂ ਅਰਜ਼ ਕਰਦੇ ਹਾਂ ਕਿ ਜੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਤਰਨ ਤਾਰਨ ਦੇ ਸਾਹਿਬ ਦੇ ਸਰੋਵਰ ਦੇ ਕੰਢੇ 'ਤੇ ਲਾਈਆਂ ਹੋਈਆਂ ਮੂਰਤੀਆਂ ਨੂੰ ਤੋੜਿਆ, ਅਤੇ ਉਸ ਦਾ ਭਾਵ ਇਹ ਸੀ ਕਿ ਤੁਸੀਂ ਇੱਕ ਨਾਲ ਜੁੜੋ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਜੋ ਉਪਦੇਸ਼ ਹੈ, ਜੋ ਹੁਕਮ ਹੈ, ਉਸ ਦੇ ਅਨੁਸਾਰ ਚੱਲੋ, ਕਿਉਂਕਿ ਤੁਸੀਂ ਗੁਰੂ ਨਾਨਕ ਸਾਹਿਬ ਦੇ ਅਖਵਾਉਂਦੇ ਹੋ। ਜਿਹੜਾ ਸਤਿਗੁਰੂ ਦਾ ਅਖਵਾ ਕੇ ਫਿਰ ਹੋਰ ਕਿਸੇ ਪਾਸੇ ਤੱਕਦਾ ਅਤੇ ਸਤਸੰਗੀ ਜਨੋਂ ਉਸ ਦਾ ਜੀਵਨ ਜਿਹੜਾ ਹੈ, ਉਸ ਦਾ ਕਰਮਕਾਂਡ ਜਿਹੜਾ ਹੈ ਉਹ ਨਿਸਫਲ ਹੋ ਜਾਂਦਾ। ਇਸ ਵਾਸਤੇ ਸਤਿਗੁਰੂ ਜੀ ਨੇ ਉੱਥੇ ਮੂਰਤੀਆਂ ਤੋੜੀਆਂ। ਇੱਥੇ ਮੂਰਤੀਆਂ ਖਿੰਡਾਉਣ ਦਾ ਭਾਵ ਜਿਹੜਾ ਸੀ ਉਹ ਸਤਿਗੁਰੂ ਜੀ ਦਾ ਇਹ ਸੀ ਕਿ ਜੇ ਪੂਜਾ ਕਰਨ ਵਾਲਾ ਜਿਹੜਾ ਹੈ ਉਸ ਦੇ ਮਨ ਵਿੱਚ ਵਿਸ਼ਵਾਸ ਨਹੀਂ ਕਿ ਮੈਂ ਜਿਸ ਦੀ ਪੂਜਾ ਕਰ ਰਿਹਾ ਉਹ ਇਸ਼ਟ ਮੇਰੀ ਰੱਖਿਆ ਕਰੇਗਾ, ਅਤੇ ਉਸ ਪੂਜਾ ਦਾ ਵੀ ਕੋਈ ਫਾਇਦਾ ਨਹੀਂ। ਫਾਇਦਾ ਉਸ ਪੂਜਾ ਦਾ ਹੀ ਹੈ ਜਦੋਂ ਵਿਸ਼ਵਾਸ ਹੋਵੇ। ਜਿੰਨਾ ਚਿਰ ਵਿਸ਼ਵਾਸ ਨਹੀਂ ਉਹਨਾਂ ਚਿਰ ਮਨੁੱਖ ਨੂੰ ਪ੍ਰਾਪਤੀ ਨਹੀਂ ਹੋ ਸਕਦੀ। ਧਰਮ ਖੇਤਰ ਦੇ ਵਿੱਚ ਖਾਸ ਕਰਕੇ ਵਿਸ਼ਵਾਸ ਦਾ ਬਹੁਤ ਵੱਡਾ ਆਧਾਰ ਹੈ। ਆਮ ਕਰਕੇ ਅਸੀਂ ਸਾਖੀ ਸੁਣਦੇ ਹਾਂ ਭਗਤ ਧੰਨਾ ਜੀ ਦੀ ਕਿ ਭਗਤ ਧੰਨਾ ਜੀ ਨੇ ਪੱਥਰ 'ਚੋਂ ਰੱਬ ਪਾ ਲਿਆ। ਮੈਂ ਅਰਜ਼ ਕਰਾਂ, ਰੱਬ ਪੱਥਰ 'ਚੋਂ ਨਹੀਂ ਪਾਇਆ। ਬੇਸ਼ੱਕ ਰੱਬ ਪੱਥਰ ਵਿੱਚੋਂ ਪ੍ਰਗਟ ਜ਼ਰੂਰ ਹੋਇਆ, ਪਰ ਰੱਬ ਨੂੰ ਪ੍ਰਾਪਤ ਕੀਤਾ ਹੈ ਭਗਤ ਧੰਨੇ ਨੇ ਆਪਣੇ ਗੁਰੂ ਦੇ ਬਚਨ 'ਤੇ ਵਿਸ਼ਵਾਸ ਕਰਕੇ ਵੀ ਮੇਰਾ ਸਤਿਗੁਰੂ ਕਹਿੰਦਾ ਭਈ ਇਹ ਭਗਵਾਨ ਹੈ, ਇਹ ਪਰਮੇਸ਼ਵਰ ਹੈ, ਇਹ ਠਾਕੁਰ ਹੈ, ਜੋ ਇਹਦੇ ਕੋਲੋਂ ਮੰਗੀਏ ਉਹ ਕੁਝ ਦੇ ਦਿੰਦਾ, ਜੋ ਇਹਦੇ ਨਾਲ ਜੋ ਇਸ ਨੂੰ ਕੰਮ ਆਖੀਏ
ਇਹ ਜਦੋਂ ਵੱਸ ਵਿੱਚ ਹੋ ਜਾਂਦਾ ਹੈ ਫਿਰ ਉਹ ਸਾਰੇ ਦੇ ਸਾਰੇ ਕੰਮ ਸਵਾਰਦਾ ਹੈ। ਤੋ ਸਤਸੰਗੀ ਜਨੋ, ਇਹ ਸੰਦੇਸ਼ ਸੀ ਸਤਿਗੁਰੂ ਜੀ ਦਾ। ਪਹਿਲਾਂ ਤਾਂ ਇਹ ਹੈ ਕਿ ਜਦੋਂ ਅਸੀਂ ਪਾਠ ਪੂਜਾ ਕਰਦੇ ਹਾਂ ਉਦੋਂ ਸਾਡੇ ਮਨ ਦੇ ਵਿੱਚ ਆਪਣੇ ਇਸ਼ਟ ਪ੍ਰਤੀ, ਆਪਣੇ ਗੁਰੂ ਪ੍ਰਤੀ ਵਿਸ਼ਵਾਸ ਹੋਣਾ ਜ਼ਰੂਰੀ ਹੈ। ਦੂਸਰੀ ਗੱਲ, ਸਤਿਗੁਰੂ ਸੱਚੇ ਪਾਤਸ਼ਾਹ ਇੱਥੇ ਇਹ ਵੀ ਸਿੱਧ ਕਰਨਾ ਚਾਹੁੰਦੇ ਨੇ ਕਿ ਐਸੇ ਇਸ਼ਟ ਨੂੰ ਪੂਜਣ ਦਾ ਕੋਈ ਫਾਇਦਾ ਨਹੀਂ ਜਿਹੜਾ ਇਸ਼ਟ ਜਿਹੜਾ ਹੈ, ਜਿਹੜਾ ਪੂਜਿਆ ਜਿਹੜਾ ਹੈ, ਉਹ ਤੁਹਾਡੀ ਰੱਖਿਆ ਹੀ ਨਹੀਂ ਕਰ ਸਕਦਾ। ਜਿਹੜਾ ਆਪਣੀ ਰੱਖਿਆ ਨਹੀਂ ਕਰ ਸਕਦਾ ਉਹ ਕਿਸੇ ਦੀ ਰੱਖਿਆ ਕੀ ਕਰੇਗਾ। ਸੋ ਇਸ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ ਸੰਦੇਸ਼ ਦੇ ਰਹੇ ਹਨ। ਗਰੀਬ ਨਿਵਾਸ ਸੱਚੇ ਪਾਤਸ਼ਾਹ ਉੱਥੋਂ ਸਲਾਹ ਕਰਕੇ ਮਾਤਾ ਰਾਮ ਕੌਰ ਜੀ ਦੇ ਨਾਲ ਚੱਲਦੇ ਹਨ। ਸਤਿਗੁਰੂ ਜੀ ਢੰਡਾਰੀ ਜਾਂਦੇ ਨੇ। ਢੰਡਾਰੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਤਾਏ ਦੀ ਧੀ ਭੈਣ ਰੂਪਾ ਰਹਿੰਦੀ ਹੈ। ਉਹ ਅਰਜ਼ਾਂ ਕਰ ਰਹੀ ਹੈ ਕਿ ਸਤਿਗੁਰੂ ਜੀ ਕਿਰਪਾ ਕਰਨ, ਮੈਨੂੰ ਦਰਸ਼ਨ ਦੇਣ। ਤੋ ਸਤਿਗੁਰੂ ਸੱਚੇ ਪਾਤਸ਼ਾਹ ਅੰਤਰਜਾਮੀ ਸਤਿਗੁਰੂ ਜੀ ਉਸ ਦੀ ਹਿਰਦੇ ਦੀ ਵੇਦਨਾ ਨੂੰ ਸੁਣ ਕੇ, ਉਸ ਦੀ ਪੁਕਾਰ ਨੂੰ ਸੁਣ ਕੇ ਉੱਥੇ ਜਾ ਕੇ ਉਸ ਨੂੰ ਦਰਸ਼ਨ ਦਿੰਦੇ ਹਨ। ਰਾਤ ਰਹਿੰਦੇ ਨੇ ਉਸ ਦੇ ਕੋਲ। ਉਪਰੰਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਸ੍ਰੀ ਭੈਣੀ ਸਾਹਿਬ ਨੂੰ ਆਉਂਦੇ ਨੇ। ਸ੍ਰੀ ਭੈਣੀ ਸਾਹਿਬ ਨੂੰ ਆਉਂਦਿਆਂ ਹੋਇਆਂ ਜੰਡਾਲੀ ਪਿੰਡ ਦੇ ਰਸਤੇ ਵਿੱਚ ਕੁਛ ਮੜੀਆਂ ਬਣੀਆਂ ਹੋਈਆਂ ਨੇ, ਚਿੱਟੀਆਂ ਮਟੀਲੀਆਂ, ਲਿਖਿਆ ਹੈ ਇਤਿਹਾਸ ਵਿੱਚ ਚਿੱਟੇ ਰੰਗ ਦੀਆਂ ਮੜੀਆਂ ਬਣੀਆਂ ਨੇ, ਕਲੀ ਵਗੈਰਾ ਫਿਰੀ ਹੋਈ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਮੜੀਆਂ ਨੂੰ ਢਾਉਣਾ ਸ਼ੁਰੂ ਕਰ ਦਿੱਤਾ। ਤੋ ਗਰੀਬ ਨਿਵਾਸ ਸੱਚੇ ਪਾਤਸ਼ਾਹ ਜਦੋਂ ਮੜੀਆਂ ਢਾਉਂਦੇ ਨੇ, ਲੋਕ ਇਤਰਾਜ਼ ਕਰਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ ਸਿੱਧ ਕਰਨਾ ਚਾਹੁੰਦੇ ਨੇ ਕਿ ਮੜੀਆਂ ਪੂਜਣਾ ਅਸਲ ਵਿੱਚ ਕਿਸੇ ਵੀ ਧਰਮ ਦਾ ਅੰਗ ਨਹੀਂ ਹੈ, ਕਿਸੇ ਵੀ ਧਰਮ ਦਾ ਸਿਧਾਂਤ ਨਹੀਂ ਮੜੀਆਂ ਪੂਜਣਾ। ਯਾਦ ਰਹੇ ਕਿ ਜ਼ਿਆਦਾਤਰ ਕਬਰਾਂ ਜਿਹੜੀਆਂ ਨੇ, ਗੋਰਾਂ ਜਿਹੜੀਆਂ ਨੇ, ਉਹ ਮੁਸਲਮਾਨ ਫਕੀਰਾਂ ਦੀਆਂ ਬਣੀਆਂ ਹੋਈਆਂ ਮਿਲਦੀਆਂ ਨੇ। ਪਰੰਤੂ ਇਹ ਵੀ ਯਾਦ ਰੱਖਣ ਵਾਲੀ ਗੱਲ ਹੈ ਕਿ ਜਿੰਨੇ ਵੀ ਮੁਸਲਮਾਨ ਫਕੀਰ ਹੋਏ ਨੇ ਉਹਨਾਂ ਦੀਆਂ ਮੜੀਆਂ ਨੂੰ ਪੂਜਣ ਵਾਲੇ ਹਿੰਦੂ ਜਾਂ ਸਿੱਖ ਲੋਕ ਨੇ। ਇਸਲਾਮ ਧਰਮ ਨੂੰ ਮੰਨਣ ਵਾਲੇ ਲੋਕ ਜਿਹੜੇ ਹਨ ਉਹ ਕੇਵਲ ਅਤੇ ਕੇਵਲ ਇੱਕ ਅੱਲਾ ਨੂੰ ਮੰਨਦੇ ਨੇ, ਪਰਮੇਸ਼ਰ ਨੂੰ ਮੰਨਦੇ ਨੇ, ਖੁਦਾ ਨੂੰ ਮੰਨਦੇ ਨੇ। ਉਸ ਨੂੰ ਮੰਨਦੇ ਹਨ ਕਿ ਉਹ ਲਾ ਸ਼ਰੀਕ ਹੈ। ਇਸ ਵਾਸਤੇ ਆਪਣੇ ਪੈਗੰਬਰ ਦੇ ਹੁਕਮ ਅਨੁਸਾਰ ਉਹ ਕੇਵਲ ਅਤੇ ਕੇਵਲ ਅੱਲਾ ਨੂੰ ਮੰਨਦੇ ਹਨ, ਰੱਬ ਨੂੰ ਮੰਨਦੇ ਹਨ। ਹੋਰ ਕਿਸੇ 'ਤੇ ਉਹ ਵਿਸ਼ਵਾਸ ਕਰਨ ਦੀ ਗੱਲ ਹੀ ਨਹੀਂ ਆਖਦੇ। ਇਸ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਵੇਖ ਰਹੇ ਨੇ ਕਿ ਇਹ ਸਮਾਂ ਉਹ ਹੈ ਜਦੋਂ ਪੰਜਾਬ ਦੀ ਧਰਤੀ ਦੇ ਉੱਤੇ ਸਖੀ ਸਰਵਰੀਆਂ ਦਾ ਬੜਾ ਜ਼ੋਰ ਪਿਆ ਹੋਇਆ। ਸਖੀ ਸਰਵਰੀਆਂ ਦੇ ਘਰ ਘਰ ਦੇਹੁਰੇ ਜਿਹੜੇ ਹਨ, ਮੱਠ ਜਿਹੜੇ ਨੇ ਉਹ ਬਣੇ ਹੋਏ ਨੇ। ਲੋਕ ਪੂਜਾ ਕਰਦੇ ਨੇ, ਹੁੱਕੇ ਪੀਂਦੇ ਨੇ। ਭਰਾਈ ਆਉਂਦਾ, ਉਹ ਆਣ ਕੇ ਡਗਾ ਮਾਰਦਾ ਅਤੇ ਉੱਥੇ ਇੱਕ ਰੋਟ ਪਕਾਇਆ ਜਾਂਦਾ, ਉਹ ਸਾਰਿਆਂ ਨੂੰ ਵੰਡਿਆ ਜਾਂਦਾ। ਜੂਠਾ ਪ੍ਰਸ਼ਾਦ, ਸੀਤਲ ਪ੍ਰਸ਼ਾਦ ਕਹਿ ਕੇ ਉਹਨਾਂ ਨੂੰ ਦਿੱਤਾ ਜਾਂਦਾ। ਤੋ ਸਾਰੇ ਹਿੰਦੂ ਸਿੱਖ ਜਿਹੜੇ ਹਨ ਉਹ ਆਮ ਕਰਕੇ ਉਸ ਦੀ ਪੂਜਾ ਕਰਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕੀਤਾ ਉੱਥੇ ਕਿ ਇਹਨਾਂ ਕਬਰਾਂ ਨੂੰ ਕਹੋ, ਇਹਨਾਂ ਮੜੀਆਂ ਨੂੰ ਕਹੋ, ਜੇ ਇਹਨਾਂ ਵਿੱਚ ਤਾਕਤ ਹੈ ਤੇ ਇਹ ਮੇਰਾ ਕੁਛ ਵਿਗਾੜ ਕੇ ਵਿਖਾਉਣ। ਭਾਵ ਸੀ ਸਤਿਗੁਰੂ ਜੀ ਸਿੱਖ ਨੂੰ ਨਿਰਭੈ ਕਰਨਾ ਚਾਹੁੰਦੇ ਨੇ। ਸਤਿਗੁਰੂ ਜੀ ਲੋਕਾਂ ਨੂੰ ਨਿਰਭਉ ਨਾਲ ਜੋੜ ਕੇ ਨਿਰਭਉ ਕਰਨਾ ਚਾਹੁੰਦੇ ਹਨ। ਉਹਨਾਂ ਦੇ ਮਨ ਵਿੱਚੋਂ ਇਹਨਾਂ ਮੜੀਆਂ ਕਬਰਾਂ ਦਾ ਡਰ ਕੱਢਣਾ ਚਾਹੁੰਦੇ ਨੇ। ਮੈਂ ਅਰਜ਼ ਕਰਦਿਆਂ ਕਿ ਬਹੁਤ ਸਾਰੇ ਲੋਕ ਅੱਜ ਵੀ ਮੜੀਆਂ ਦੀ ਪੂਜਾ ਕਰਦੇ ਨੇ। ਅੱਜ ਵੀ ਇਹ ਪੂਜਾ ਜਿਹੜੀ ਹੈ ਪ੍ਰਚਲਿਤ ਹੈ। ਬਹੁਤ ਸਾਰੇ ਥਾਂ ਨੇ ਜਿੱਥੇ ਸ਼ਰਾਬਾਂ ਚੜ੍ਹਦੀਆਂ ਨੇ, ਬਹੁਤ ਸਾਰੇ ਥਾਂ ਨੇ ਜਿੱਥੇ ਖੀਰਾਂ ਚੜ੍ਹਦੀਆਂ ਨੇ। ਬੜਾ ਕੁਛ ਹੁੰਦਾ ਅੱਜ ਵੀ ਸਿੱਖ ਸਮਾਜ ਦੇ ਵਿੱਚ। ਔਰ ਸਿੱਖ ਅਖਵਾਉਣ ਵਾਲੇ ਪੰਜ ਕਕਾਰਾਂ ਦੇ ਧਾਰਨੀ ਲੋਕ ਵੀ ਜਾ ਕੇ ਉਹਨਾਂ ਦੇ ਦਰ ਦੇ ਉੱਤੇ ਮੱਥਾ ਟੇਕਦੇ ਨੇ। ਕੋਈ ਕਹਿੰਦਾ ਮੇਰੀਆਂ ਮੱਝਾਂ ਜਿਹੜੀਆਂ ਨੇ ਉਹ ਜ਼ਿਆਦਾ ਕੱਟੀਆਂ ਦੇਣਗੀਆਂ, ਕੱਟੇ ਨਾ ਦੇਣਗੀਆਂ, ਮੇਰੀਆਂ ਮੱਝਾਂ ਜ਼ਿਆਦਾ ਦੁੱਧ ਦੇਣਗੀਆਂ। ਕਿਸੇ ਦੀ ਭਾਵਨਾ ਅੱਜ ਵੀ ਇਹ ਹੈ ਕਿ ਮੇਰੀ ਸ਼ਰਾਬ ਨਾ ਫੜੀ ਜਾਵੇ, ਇਸ ਵਾਸਤੇ ਮੈਂ ਬਾਬੇ ਰੋਡੇ ਦੇ ਜਾ ਕੇ ਸ਼ਰਾਬ ਚੜਾਵਾਂਗਾ। ਭਾਵ ਇਹ ਹੈ ਕਿ ਮੜੀਆਂ ਦੀ ਪੂਜਾ ਅੱਜ ਵੀ ਪ੍ਰਚਲਿਤ ਹੈ ਔਰ ਪ੍ਰਚਲਿਤ ਕਰਨ ਵਾਲੇ ਸਾਡੇ ਲੋਕ ਨੇ, ਕੋਈ ਬਾਹਰੋਂ ਆਏ ਹੋਏ ਲੋਕ ਨਹੀਂ। ਮੈਂ ਖੈਰ ਅਰਜ਼ ਇਹ ਕਰ ਰਿਹਾ ਸਾਂ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਹੁਕਮ ਕਰਦੇ ਨੇ, ਕਹੋ ਇਹਨਾਂ ਮੜੀਆਂ ਨੂੰ ਕਿ ਜੇ ਇਹਨਾਂ ਦੇ ਵਿੱਚ ਕੋਈ ਤਾਕਤ ਹੈ ਤੇ ਇਹ ਮੇਰਾ ਕੁਛ ਵਿਗਾੜ ਕੇ ਵਿਖਾਉਣ। ਸਤਿਗੁਰੂ ਸੱਚੇ ਪਾਤਸ਼ਾਹ ਗੌਰ ਮੜੀ ਮੱਟ ਭੂਲ ਨਾ ਮਾਨੇ ਦਾ ਆਦੇਸ਼ ਜਿਹੜਾ ਹੈ ਉਹ ਦੇਣਾ ਚਾਹ ਰਹੇ ਨੇ। ਸਤਿਗੁਰੂ ਜੀ ਅੱਗੇ ਚੱਲਦੇ ਨੇ। ਜਿਹੜਾ ਕੋਈ ਰਸਤੇ ਵਿੱਚ ਮਿਲਦਾ ਉਸ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਪੁੱਛਦੇ ਨੇ, ਤੂੰ ਕਿਸ ਦਾ ਸਿੱਖ ਹੈ, ਕਿਸ ਨੂੰ ਮੰਨਦਾ?
ਜੇ ਤਾਂ ਕੋਈ ਕਹਿੰਦਾ ਮੈਂ ਗੁਰੂ ਨਾਨਕ ਨੂੰ ਮੰਨਦਾ ਹਾਂ, ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਮੰਨਦਾ ਹਾਂ, ਤੇ ਉਸ ਨੂੰ ਕਹਿੰਦੇ ਨੇ ਫਿਰ ਜੇ ਗੁਰੂ ਸਾਹਿਬ ਨੂੰ ਮੰਨਦਾ ਹੈ ਤਾਂ ਗੁਰੂ ਦਾ ਬਚਨ ਵੀ ਮੰਨਦਾ ਹੈ। ਜੇ ਗੁਰੂ ਦਾ ਬਚਨ ਮੰਨਦਾ ਨੂੰ ਉਹ ਆਖਦਾ ਕਿ ਮੈਂ ਗੁਰੂ ਕਾ ਬਚਨ ਮੰਨਦਾ ਹਾਂ, ਤੇ ਫਿਰ ਉਸ ਨੂੰ ਆਖਦੇ ਨੇ ਜਾ ਭਾਈ ਨਾਮ ਜਪ। ਤੇ ਜੇ ਕੋਈ ਕਿਸੇ ਨੂੰ ਵੇਖਦੇ ਨੇ ਕਿ ਹੱਥ ਵਿੱਚ ਤੇ ਹੁੱਕਾ ਫੜਿਆ ਹੋਇਆ, ਤੇਰ ਚਾਦੜਾ ਬੰਨਿਆ ਹੋਇਆ, ਹਾਲਤ ਜਿਹੜੀ ਹੈ ਉਹ ਹੋਰ ਤਰ੍ਹਾਂ ਦੀ ਬਣੀ ਹੋਈ ਹੈ, ਤੇ ਉਹਨੂੰ ਪੁੱਛਦੇ ਨੇ ਤੂੰ ਕਿਹਨੂੰ ਮੰਨਦਾ? ਉਹ ਕਹਿੰਦਾ ਮੈਂ ਗੁਰੂ ਨਾਨਕ ਨੂੰ ਮੰਨਦਾ। ਸਤਿਗੁਰੂ ਜੀ ਕਹਿੰਦੇ ਨੇ ਉਹਦਾ ਉਪਦੇਸ਼ ਮੰਨਦਾ। ਤੇ ਅੱਗੋਂ ਜਵਾਬ ਮਿਲਦਾ ਜੀ ਜਿੰਨਾ ਕੁ ਮੰਨਿਆ ਜਾਂਦਾ ਉਹਨਾਂ ਕੁ ਮੰਨਦੇ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਨੂੰ ਡੰਡਿਆਂ ਨਾਲ ਕੁੱਟਦੇ ਨੇ, ਜਿੱਥੇ ਹੁੱਕੇ ਵਾਲਾ ਵੇਖਦੇ ਨੇ ਹੁੱਕਾ ਤੋੜ ਦਿੰਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਪੁਲਿਸ ਵਾਲਿਆਂ ਨੂੰ ਵੇਖ ਕੇ ਲਾਲ ਰੰਗ ਦਾ ਚੀਰਾ ਜਿੱਥੇ ਵੀ ਵੇਖਦੇ ਨੇ, ਸਤਿਗੁਰੂ ਸੱਚੇ ਪਾਤਸ਼ਾਹ ਉਸ ਨੂੰ ਉਤਾਰ ਕੇ ਪਾੜ ਚੀਰ ਸੁੱਟਦੇ ਨੇ ਕਿ ਇਹ ਗੁਲਾਮੀ ਦੀ ਨਿਸ਼ਾਨੀ ਹੈ। ਇਹ ਗੁਲਾਮ ਹੋਏ ਲੋਕ ਆਪਣੇ ਹਿੰਦੁਸਤਾਨੀ ਭਰਾਵਾਂ ਦੇ ਉੱਤੇ ਥੋੜ੍ਹੇ ਜਿਹੇ ਪੈਸਿਆਂ ਬਦਲੇ, ਛੋਟੇ ਜਿਹੇ ਰੁਤਬੇ ਬਦਲੇ ਜ਼ੁਲਮ ਕਰ ਰਹੇ ਨੇ, ਤਸ਼ੱਦਦ ਕਰ ਰਹੇ ਨੇ। ਇਹਨਾਂ ਦਾ ਵੱਡਾ ਹਿੱਸਾ ਹੈ ਆਪਣੇ ਦੇਸ਼ ਨੂੰ ਗੁਲਾਮ ਕਰਨ ਵਿੱਚ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਨੂੰ ਝਿੜਕਦੇ ਨੇ, ਉਹਨਾਂ ਨੂੰ ਮਾਰਦੇ ਕੁੱਟਦੇ ਨੇ। ਗਰੀਬ ਨਵਾਜ਼ ਜੀ ਅੱਗੇ ਆਉਂਦੇ ਨੇ, ਜਦੋਂ ਰਾਈਆਂ ਦੇ ਨੇੜੇ ਆਉਂਦੇ ਨੇ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ, ਕਿਉਂਕਿ ਮਾਤਾ ਰਾਮ ਕੌਰ ਜੀ ਇਹ ਅਰਜ਼ ਕਰ ਚੁੱਕੇ ਸਨ ਕਿ ਸੱਚੇ ਪਾਤਸ਼ਾਹ ਆਪ ਜੀ ਦੇ ਗ੍ਰਹਿ ਵਿਖੇ ਇੱਕ ਬਾਲਕੇ ਨੇ ਜਨਮ ਲਿਆ ਸੀ, ਤੇ ਉਹ 8 ਕੁ ਦਿਨਾਂ ਦਾ ਹੋ ਕੇ ਚੜ੍ਹਾਈ ਕਰ ਗਿਆ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉੱਥੇ ਆਣ ਕੇ ਬਚਨ ਕਰਦੇ ਨੇ, ਮਾਮੀ ਆਪਾਂ ਹੁਣ ਇਸ ਤਰ੍ਹਾਂ ਕਰੀਏ ਕਿ ਉਹ ਨਾ ਹੋਵੇ ਕਿ ਜੱਸਾਂ ਜੀ ਕਹਿਣ ਕਿ ਇਹਨੂੰ ਤਾਂ ਨਿਪੁੱਤੇ ਨੂੰ ਪੁੱਤਰ ਦਾ ਦੁੱਖ ਹੀ ਨਹੀਂ। ਇਸ ਵਾਸਤੇ ਉਸ ਦੁੱਖ ਦਾ ਪ੍ਰਗਟਾਵਾ ਕਰਨਾ ਚਾਹੀਦਾ। ਮਾਮੀ ਤੂੰ ਹੇਕ ਚੁੱਕ, ਮੈਂ ਵੀ ਤੇਰੇ ਨਾਲ ਹੇਕ ਚੁੱਕਾਂਗਾ। ਭਾਵ ਇਹ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ ਵਿਖਾਉਣਾ ਚਾਹੁੰਦੇ ਨੇ ਕਿ ਸੰਸਾਰ ਦੀ ਖੇਡ ਕਿਹੋ ਜਿਹੀ ਬਣੀ ਹੋਈ ਹੈ, ਇਹ ਲੋਕ ਕੀ ਕਰ ਰਹੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਵੀ ਅਸਲ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਹੇਕਾਂ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਰੋਣਾ ਤਾਂ ਆਪਣੇ ਸਿੱਖ ਸਮਾਜ ਦੀ ਗਈ ਹੋਈ ਗੈਰਤ, ਆਪਣੇ ਸਿੱਖ ਸਮਾਜ ਦੇ ਗਏ ਹੋਏ ਧਰਮ, ਆਪਣੇ ਸਿੱਖ ਸਮਾਜ ਦੇ ਨੈਤਿਕ ਪਤਨ ਨੂੰ ਲੈ ਕੇ ਹੈ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਉੱਥੋਂ ਸ੍ਰੀ ਭੈਣੀ ਸਾਹਿਬ ਆਉਂਦੇ ਨੇ। ਬਾਬਾ ਜੱਸਾ ਸਿੰਘ ਜੀ ਰਸਤੇ ਵਿੱਚ ਮਿਲਦੇ ਨੇ, ਬੜਾ ਮਾਣ ਸਤਿਕਾਰ ਕਰਦੇ ਨੇ, ਪਿਆਰ ਕਰਦੇ ਨੇ, ਬੜੇ ਖੁਸ਼ ਹੁੰਦੇ ਨੇ। ਗੁਰੂ ਹਰੀ ਸਿੰਘ ਜੀ ਬਾਬਾ ਬੁੱਧ ਸਿੰਘ ਜੀ ਦੇ ਰੂਪ ਵਿੱਚ ਸ੍ਰੀ ਭੈਣੀ ਸਾਹਿਬ ਹਨ, ਉਹਨਾਂ ਨਾਲ ਮਿਲਾਪ ਹੁੰਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਤੇ ਮੱਥਾ ਟੇਕ ਕੇ ਬੇਅੰਤ ਖੁਸ਼ੀਆਂ ਲੈਂਦੇ ਹਨ ਸਤਿਗੁਰਾਂ ਦੀਆਂ। ਤੋ ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਭੈਣੀ ਸਾਹਿਬ ਆ ਜਾਂਦੇ ਨੇ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਕਿਉਂਕਿ ਪੋਹ ਦੇ ਮਹੀਨੇ 'ਚ ਆਏ ਨੇ, ਦਸੰਬਰ ਦੇ ਅਖੀਰ ਵਿੱਚ ਸ੍ਰੀ ਭੈਣੀ ਸਾਹਿਬ ਪਹੁੰਚੇ ਨੇ। ਇਸ ਵਾਸਤੇ ਇਸ ਪੋਹ ਤੋਂ ਲੈ ਕੇ ਅਗਲੇ ਪੋਹ ਤੱਕ 1 ਸਾਲ ਜਿਹੜਾ ਹੈ ਉਹ ਮਸਤਾਨੀ ਬਿਰਤੀ ਵਿੱਚ ਬਤੀਤ ਕਰਦੇ ਹਨ। ਇਹ ਯਾਦ ਰੱਖਣ ਵਾਲੀ ਗੱਲ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਸਤਾਨੀ ਬਿਰਤੀ ਵਿੱਚ ਨੇ। ਜਦੋਂ ਘਰ ਆਉਂਦੇ ਨੇ, ਆਣ ਕੇ ਕੀ ਵੇਖਿਆ ਕਿ ਕੁਝ ਭਰਾਈ ਜਿਹੜੇ ਨੇ ਉਹ ਪਿੰਡ ਵਿੱਚ ਮੰਗਣ ਆਏ ਨੇ। ਉਹਨਾਂ ਭਰਾਈਆਂ ਨੂੰ ਆਵਾਜ਼ ਮਾਰੀ ਜਾਂਦੀ ਹੈ। ਭਰਾਈ ਤੋਂ ਭਾਵ ਹੁੰਦਾ ਉਹੀ ਸਖੀ ਸਰਵਰ ਨੂੰ ਮੰਨਣ ਵਾਲੇ, ਢੋਲ ਵਜਾ ਕੇ ਮੰਗਣ ਵਾਲੇ ਲੋਕ ਜਿਹੜੇ ਨੇ, ਕਿਉਂਕਿ ਉਹ ਦਰ ਦਰ 'ਤੇ ਜਾ ਕੇ ਮੰਗਦੇ ਸਨ। ਉਹਨਾਂ ਨੂੰ ਆਵਾਜ਼ ਮਾਰਦੇ ਨੇ, ਕਹਿੰਦੇ ਨੇ ਆਓ ਤੁਹਾਨੂੰ ਮੈਂ ਕੁਛ ਦਿਆਂ। ਸਤਿਗੁਰੂ ਸੱਚੇ ਪਾਤਸ਼ਾਹ ਕੋਠੇ 'ਤੇ ਸੁੱਕਣੇ ਪਾਈ ਹੋਈ ਮਾਤਾ ਜੱਸਾ ਜੀ ਵੱਲੋਂ ਜਿਹੜੀ ਮੱਕੀ ਹੈ ਉਹ ਉਹਨਾਂ ਨੂੰ ਪਾ ਦਿੰਦੇ ਨੇ, ਕਹਿੰਦੇ ਨੇ ਲੈ ਜਾਓ। ਤੇ ਨਾਲ ਇਹ ਵੀ ਬਚਨ ਕਰਦੇ ਨੇ ਕਿ ਸ਼ਤਾਬੀ ਸ਼ਤਾਬੀ ਚਲੇ ਜਾਓ, ਭਾਵ ਛੇਤੀ ਛੇਤੀ ਚਲੇ ਜਾਓ, ਮੱਕੀ ਦਾ ਮਾਲਕ ਆ ਗਿਆ ਤੇ ਤੁਹਾਡੇ ਕੋਲੋਂ ਮੱਕੀ ਖੋਹ ਲਵੇਗਾ। ਸਤਿਗੁਰੂ ਸੱਚੇ ਪਾਤਸ਼ਾਹ ਦੇ ਹੁਕਮ ਅਨੁਸਾਰ ਉਹ ਦੌੜ ਜਾਂਦੇ ਨੇ। ਜਦੋਂ ਮਾਤਾ ਜੱਸਾ ਜੀ ਪਾਣੀ ਭਰ ਕੇ ਵਾਪਸ ਆਉਂਦੇ ਨੇ, ਕਿਉਂਕਿ ਪਾਣੀ ਭਰਨ ਖੂਹ 'ਤੇ ਗਏ ਹੋਏ ਸਨ, ਜਦੋਂ ਵਾਪਸ ਆਉਂਦੇ ਨੇ ਤੇ ਮਾਤਾ ਰਾਮ ਕੌਰ ਜੀ ਨੂੰ ਅਰਜ਼ ਕਰਦੇ ਨੇ, ਆਖਦੇ ਨੇ ਮਾਮੀ ਜੀ ਕੋਠੇ 'ਤੇ ਸੁੱਕਣੇ ਪਈ ਹੋਈ ਜਿਹੜੀ ਮੱਕੀ ਹੈ ਉਸ ਨੂੰ ਉਤਾਰ ਦਿਓ, ਲਾਹ ਲਿਆਓ। ਤਾਂ ਮਾਤਾ ਰਾਮ ਕੌਰ ਜੀ ਕਹਿੰਦੇ ਨੇ ਤੁਸੀਂ ਆਪ ਹੀ ਆ ਜਾਓ ਉੱਤੇ। ਮਾਤਾ ਜੱਸਾ ਜੀ ਨੂੰ ਉੱਪਰ ਲਿਜਾ ਕੇ ਆਖਦੇ ਨੇ ਵੇਖੋ ਹਾਂ ਮੱਕੀ ਹੈ ਕਿੱਥੇ। ਮੱਕੀ ਤਾਂ ਉਹਨਾਂ ਨੇ ਭਰਾਈਆਂ ਨੂੰ ਦੇ ਦਿੱਤੀ ਹੈ, ਪਰ ਮਾਤਾ ਜੱਸਾ ਜੀ ਉਫ ਨਹੀਂ ਕਰਦੇ, ਚੁੱਪ ਰਹਿੰਦੇ ਨੇ ਕਿ ਜੋ ਇਹਨਾਂ ਦੀ ਰਜ਼ਾ ਹੈ ਉਹੀ ਹੋਣਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਬਾਬਾ ਜੱਸਾ ਸਿੰਘ ਜੀ, ਕਿਉਂਕਿ ਉਹ ਸਮਾਂ ਉਸ ਤਰ੍ਹਾਂ ਦਾ ਹੈ, ਪੁੱਤਰ ਥੋੜ੍ਹੇ ਦਿਨ ਪਹਿਲਾਂ ਚੜ੍ਹਾਈ ਕੀਤਾ, ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਅਰਜ਼ ਕਰਦੇ ਨੇ। ਬਾਬਾ ਜੱਸਾ ਸਿੰਘ ਜੀ ਕਹਿੰਦੇ ਨੇ ਕਿ ਸਤਿਗੁਰੂ ਜੀ ਕਿਰਪਾ ਕਰੋ, ਮੇਰੀ ਰੀਝ ਹੈ ਪੋਤਰਿਆਂ ਨੂੰ ਵੇਖਣ ਦੀ, ਆਪ ਜੀ ਪੋਤਰੇ ਦੀ ਦਾਤ ਬਖਸ਼ੋ। ਸਤਿਗੁਰੂ ਜੀ ਬਚਨ ਕਰਦੇ ਨੇ,
ਅੱਕ ਦੇ ਮੁੱਢ ਉੱਤੇ ਸਫਾ ਜੰਗ ਚਲਾ ਕੇ ਉਹਨੂੰ ਵੱਢ ਕੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਹੁਕਮ ਕਰਦੇ ਹਨ, ਹੁਣ ਬਿੰਦੀ ਔਲਾਦ ਨਹੀਂ ਰੱਖਣੀ, ਹੁਣ ਨਾਦੀ ਖਾਲਸਾ ਹੋਵੇਗਾ। ਭਾਵ ਸੰਸਾਰ ਦੇ ਮੋਹ ਤੋਂ ਉੱਚਾ ਹੋ ਕੇ ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ ਦਾ ਸੰਦੇਸ਼ ਜਿਹੜਾ ਹੈ ਉਹ ਸੰਸਾਰ ਨੂੰ ਦੇਣਾ ਹੈ। ਤੋ ਸਤਿਗੁਰੂ ਸੱਚੇ ਪਾਤਸ਼ਾਹ ਇਹ ਕਿਰਪਾ ਵੀ ਕਰਦੇ ਨੇ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਇੱਕ ਦਿਨ ਆਪਣੇ ਗ੍ਰਹਿ ਵਿਖੇ ਸ਼ੋਭਾਇਮਾਨ ਹਨ ਤੇ ਇਤਿਹਾਸ ਵਿੱਚ ਵੀ ਆਇਆ ਹੈ, ਔਰ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਜਿਹੜੇ ਹੁਕਮਨਾਮੇ ਨੇ ਉਹਨਾਂ ਦੇ ਵਿੱਚ ਵੀ ਨਾਗੇ ਦਾ ਕੋਟ ਵਾਲੇ ਦਾ ਨਾਂ ਜ਼ਰੂਰ ਆਇਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨਾਗੇ ਕੋਟ ਵਾਲੇ ਸਾਧ ਦੇ ਹਵਾਲੇ ਨਾਲ ਇਹ ਬਚਨ ਕਰਦੇ ਨੇ ਕਿ ਕੋਟ ਵਾਲਾ ਨਾਗਾ ਆਂਦਾ ਸੀ ਕਿ ਛੜਾ ਤਾਂ ਪ੍ਰੇਤ ਹੁੰਦਾ ਹੈ। ਭਾਵ ਗ੍ਰਸਥ ਧਰਮ ਨੂੰ ਦ੍ਰਿੜ ਕਰਨ ਵਾਸਤੇ ਸਤਿਗੁਰੂ ਜੀ ਉਸ ਨਾਗੇ ਸਾਧੂ ਦਾ ਜਿਹੜਾ ਹੈ ਉਹ ਉਪਦੇਸ਼ ਜਿਹੜਾ ਹੈ ਉਹ ਦਿੱਤਾ ਹੋਇਆ ਬਚਨ ਜਿਹੜਾ ਹੈ ਉਸ ਨੂੰ ਦ੍ਰਿੜਾਉਂਦੇ ਹਨ। ਤੋ ਉਹ ਨਾਗਾ ਜਿਹੜਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਆਉਂਦਾ। ਜਦੋਂ ਸਤਿਗੁਰਾਂ ਦੇ ਦਰਸ਼ਨ ਕਰਨ ਆਉਂਦਾ ਉਸ ਨੂੰ ਮੰਜੇ 'ਤੇ ਬਿਠਾਉਂਦੇ ਹਨ, ਆਦਰ ਸਤਿਕਾਰ ਕਰਦੇ ਨੇ। ਇਤਿਹਾਸ ਵਿੱਚ ਲਿਖਿਆ ਕਿ ਉਹ ਬੜਾ ਚੰਗਾ ਸਾਧੂ ਸੀ, ਨਾਮ ਜਪਣ ਵਾਲਾ ਸੀ, ਕਿਉਂਕਿ ਸਤਿਗੁਰੂ ਸੰਸਾਰ ਵਿੱਚ ਆਉਂਦੇ ਹੀ ਨਾਮ ਜਪਾਉਣ ਵਾਸਤੇ ਨੇ। ਧਰਮ ਚਲਾਵਨ ਸੰਤ ਉਬਾਰਨ, ਦੁਸ਼ਟ ਸਭਨ ਕੋ ਮੂਲ ਉਪਾਰਨ, ਯਾਹੀ ਕਾਜ ਧਰਾ ਹਮ ਜਨਮੰ, ਸਮਝ ਲੈ ਹੋ ਸਾਧੂ ਸਭ ਮਨਮੰ। ਸਤਿਗੁਰੂ ਦਾ ਸੰਸਾਰ ਵਿੱਚ ਆਉਣਾ ਧਰਮ ਦੇ ਪਰਚਮ ਨੂੰ ਉੱਚਾ ਚਲਾਉਣ ਵਾਸਤੇ ਹੁੰਦਾ ਹੈ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਉਸ ਸਾਧੂ ਦਾ ਆਦਰ ਕਰਦੇ ਨੇ, ਸਤਿਕਾਰ ਕਰਦੇ ਨੇ, ਉਸ ਨੂੰ ਮੰਜੇ 'ਤੇ ਬਿਠਾਉਂਦੇ ਹਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਾਤਾ ਜੱਸਾਂ ਜੀ ਨੂੰ ਆਵਾਜ਼ ਮਾਰਦੇ ਨੇ, ਜੱਸਾਂ ਜੀ ਅੰਦਰੋਂ ਡੱਬੀਆਂ ਵਾਲਾ ਖੇਸ ਲਿਆਓ। ਤੇ ਉਹ ਕਹਿੰਦੇ ਨੇ ਜੀ ਕੀ ਕਰਨਾ? ਕਹਿੰਦੇ ਨੇ ਨਾਗੇ ਨੂੰ ਦੇਣਾ ਹੈ, ਸਾਧੂ ਨੂੰ ਦੇਣਾ ਹੈ। ਤੋ ਮਾਤਾ ਜੀ ਕਿਉਂਕਿ ਸੰਸਾਰਿਕ ਨੇ, ਮੈਂ ਇੱਕ ਅਰਜ਼ ਜ਼ਰੂਰ ਕਰ ਦੇਣੀ ਚਾਹਾਂਗਾ। ਸਤਿਗੁਰੂ ਅਕਾਲ ਪੁਰਖ ਦਾ ਸਰੂਪ ਹੈ, ਇਹ ਗੱਲ ਯਾਦ ਰੱਖਣੀ। ਪਰ ਸਤਿਗੁਰੂ ਦਾ ਪਰਿਵਾਰ ਕੋਈ ਵੀ ਹੋਵੇ ਉਹ ਉਸ ਮੰਜ਼ਿਲ 'ਤੇ ਨਹੀਂ ਹੁੰਦਾ। ਸਤਿਗੁਰੂ ਅਕਾਲ ਪੁਰਖ ਹੈ, ਸਤਿਗੁਰੂ ਦਾ ਪਰਿਵਾਰ ਜਿਹੜਾ ਉਹ ਸੰਸਾਰਿਕ ਹੁੰਦਾ। ਇਹ ਠੀਕ ਹੈ ਕਿ ਪਵਿੱਤਰ ਪਾਵਨ ਹੈ, ਕਰਮ ਉੱਚੇ ਤੋਂ ਬਿਨਾਂ ਇਸ ਘਰ ਵਿੱਚ ਆਇਆ ਨਹੀਂ ਜਾ ਸਕਦਾ, ਇਹ ਗੱਲ ਠੀਕ ਹੈ। ਪਰ ਉਹਨਾਂ ਦੀ ਬਿਰਤੀ ਜਿਹੜੀ ਹੈ ਉਹ ਅਧਿਆਤਮਿਕ ਮੰਜ਼ਿਲ 'ਤੇ ਓਨੀ ਉੱਚੀ ਕਦੇ ਵੀ ਨਹੀਂ ਹੋ ਸਕਦੀ। ਉਹ ਸਾਰਿਆਂ ਨਾਲ ਉਸ ਤਰ੍ਹਾਂ ਦਾ ਪਿਆਰ ਨਹੀਂ ਹੋ ਸਕਦਾ, ਇਹ ਸਤਿਗੁਰੂ ਹੀ ਕਰ ਸਕਦਾ ਹੈ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਮਾਤਾ ਜੀ ਅਰਜ਼ ਕਰਦੇ ਨੇ ਜੀ ਇਹ ਤਾਂ ਮੈਂ ਆਪਣੇ ਜਵਾਈ ਵਾਸਤੇ ਰੱਖਿਆ ਹੋਇਆ, ਜਵਾਈ ਨੂੰ ਦੇਵਾਂਗੀ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਬਚਨ ਕਰਦੇ ਨੇ, ਨਾ ਉਦੋਂ ਤੱਕ ਧੀ ਰਹੇ, ਨਾ ਜਵਾਈ ਰਹੇ ਤੇ ਨਾ ਹੀ ਖੇਸ ਰਹੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜਾਂਦੇ ਨੇ, ਖੇਸ ਕੱਢ ਕੇ ਉਹਨੂੰ ਨਾਗੇ ਨੂੰ ਫੜਾ ਦਿੰਦੇ ਨੇ। ਇਹ ਬਚਨ ਵੀ ਪੂਰਾ ਹੁੰਦਾ ਜਦੋਂ ਬੀਬੀ ਦਇਆ ਕੌਰ ਦਾ ਕਤਲ ਹੋ ਜਾਂਦਾ, ਉਹਨਾਂ ਦੇ ਪਤੀ ਵੱਲੋਂ, ਉਹਨਾਂ ਦਾ ਪਤੀ ਵੀ ਫਾਂਸੀ ਲੱਗਦਾ। ਇਹ ਵੀ ਇਤਿਹਾਸ ਵਿੱਚ ਬਚਨ ਹੈ, ਅੱਗੇ ਜਾ ਕੇ ਆਵੇਗਾ। ਤੋ ਮੇਰਾ ਅਰਜ਼ ਕਰਨ ਤੋਂ ਭਾਵ ਸੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਸੇ ਹੋਰ ਬ੍ਰਹਿਮੰਡ ਵਿੱਚ ਵਿਚਰ ਰਹੇ ਨੇ। ਚਾਰ ਚਫੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਸੋਹਾਂ ਜਿਹੜੀਆਂ ਨੇ ਉਹ ਸੁਣਨੀਆਂ ਸ਼ੁਰੂ ਹੋ ਗਈਆਂ ਨੇ। ਅਧਿਆਤਮਿਕ ਮੰਜ਼ਿਲ ਦੇ ਪਾਂਧੀ ਜਿਹੜੇ ਲੋਕ ਨੇ ਉਹਨਾਂ ਨੇ ਆਵਾਜ਼ਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਨੇ। ਇੱਕ ਸੈਦੋ ਪਿੰਡ ਹੈ, ਜ਼ਿਲ੍ਹਾ ਫਿਰੋਜ਼ਪੁਰ ਵਿੱਚ ਸੀ ਉਸ ਵੇਲੇ। ਸੈਦੋ ਵਾਲਾ ਸਾਧੂ ਬਾਬਾ ਸਰਨਦਾਸ ਇਹ ਬਚਨ ਕਰਦਾ, ਕਿਉਂਕਿ ਇਹ ਪਹਿਲਾਂ ਆਮ ਆਏ ਹੋਏ ਸਾਧੂਆਂ ਨੂੰ, ਗੁਰਸਿੱਖਾਂ ਨੂੰ, ਜਾਚਕਾਂ ਨੂੰ ਭਜਨ ਦੀ ਦਾਤ ਬਖਸ਼ਿਆ ਕਰਦਾ ਸੀ। ਜਦੋਂ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਨਾਮ ਜਿਹੜਾ ਸੀ ਇਹ ਦਿੰਦਾ ਸੀ, ਪਰੰਤੂ ਹੁਣ ਜਦੋਂ ਜਿਹੜਾ ਵੀ ਆਉਂਦਾ ਉਸ ਬਾਬਾ ਸਰਨਦਾਸ ਜੀ ਕੋਲ, ਬਾਬਾ ਸਰਨਦਾਸ ਜੀ ਆਖਦੇ ਨੇ, ਨਾ ਭਾਈ ਹੁਣ ਭਜਨ ਨਹੀਂ ਦੇਣਾ, ਹੁਣ ਭਜਨ ਦੇਣ ਵਾਲੇ ਸੰਸਾਰ ਵਿੱਚ ਪ੍ਰਗਟ ਹੋ ਗਏ ਹਨ। ਉਹ ਚੁਅੱਖਰਾ ਨਾਮ ਸੰਸਾਰ ਨੂੰ ਦੇਣਗੇ, ਉਹ ਕਿਰਪਾ ਕਰਨਗੇ, ਇਸ ਸੰਸਾਰ ਨੂੰ ਨਾਮ ਦਾ ਦਾਨ ਦੇ ਕੇ ਤਾਰਨਗੇ, ਔਰ ਮੈਂ ਵੀ ਉਹਨਾਂ ਪਾਸੋਂ ਭਜਨ ਪ੍ਰਾਪਤ ਕਰਾਂਗਾ। ਬਹੁਤ ਛੇਤੀ ਪ੍ਰਗਟ ਹੋਣਗੇ, ਬਹੁਤ ਛੇਤੀ ਕਿਰਪਾ ਹੋਵੇਗੀ। ਇਸ ਤਰ੍ਹਾਂ ਦੇ ਬਚਨ ਬਾਬਾ ਸਰਨਦਾਸ ਕਰਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਚਨ ਬਾਰੇ ਇੱਕ ਰਣੀਏ ਨਗਰ ਹੈ ਜਲੰਧਰ ਜ਼ਿਲ੍ਹੇ ਵਿੱਚ, ਉਸ ਵੇਲੇ ਦਾ ਜਲੰਧਰ ਜ਼ਿਲ੍ਹਾ, ਉਹਦੇ ਵਿੱਚ ਇੱਕ ਰਣੀਏ ਕੇ ਨਗਰ ਹੈ, ਉੱਥੋਂ ਦਾ ਇੱਕ ਸਾਧੂ ਹੈ, ਉਹ ਵੀ ਇਸ ਤਰ੍ਹਾਂ ਦੇ ਬਚਨ ਕਰਦਾ ਹੈ ਕਿ ਭੈਣੀ ਪਿੰਡ ਵਿੱਚ ਇੱਕ ਅਵਤਾਰ ਪ੍ਰਗਟ ਹੋਵੇਗਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਾਰੇ ਉਹ ਭਵਿੱਖਬਾਣੀਆਂ ਵੀ ਕਰਦਾ ਹੈ। ਮੈਂ ਅਰਜ਼ ਕਰਾਂ ਹੋਰ ਵੀ ਭਵਿੱਖਬਾਣੀਆਂ ਹੋਈਆਂ ਨੇ, ਜਿਸ ਤਰ੍ਹਾਂ ਬਾਬਾ ਵੀਰ ਸਿੰਘ ਜੀ ਨੌਰੰਗਾਬਾਦੀਏ, ਬਾਬਾ ਸਾਹਿਬ ਸਿੰਘ ਜੀ, ਇਹਨਾਂ ਦੇ ਕੋਲ ਬਾਬਾ ਮਨਸਾ ਰਾਮ ਜੀ ਜਾਇਆ ਕਰਦੇ ਸਨ।
ਤੇ ਬਾਬਾ ਮਨਸਾ ਰਾਮ ਜੀ ਨੂੰ ਬਾਬਾ ਸਾਹਿਬ ਸਿੰਘ ਜੀ ਨੇ ਇਹ ਬਚਨ ਕੀਤਾ ਸੀ ਕਿ ਹੁਣ ਤੁਹਾਨੂੰ ਇੱਥੇ ਆਉਣ ਦੀ ਲੋੜ ਨਹੀਂ, ਹੁਣ ਤੁਹਾਡੇ ਕੋਲ ਹੀ ਅਵਤਾਰ ਪ੍ਰਗਟ ਹੋਵੇਗਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਵਕਤ ਦਾ ਇੱਕ ਹੋਰ ਸਾਧੂ ਹੈ ਜਿਸ ਦਾ ਨਾਮ ਇਤਿਹਾਸ ਵਿੱਚ ਚੰਗੀ ਰਾਮ ਲਿਖਿਆ। ਚੰਗੀ ਰਾਮ ਨੀਲੋ ਨਗਰ ਵਿੱਚ ਰਹਿੰਦਾ ਹੈ, ਬੜਾ ਉੱਚ ਕੋਟੀ ਦਾ ਸਾਧੂ ਹੈ। ਕਰੀਬ ਇਸ ਦੀ 150 ਸਾਲ ਉਮਰ ਹੈ। ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਇਸ ਨੇ ਦਰਸ਼ਨ ਦੀਦਾਰ ਕੀਤਾ ਹੋਇਆ, ਬੜਾ ਪਰਪੱਕ ਹੈ ਆਪਣੇ ਧਰਮ ਕਰਮ ਵਿੱਚ। ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਨੂੰ ਦਰਸ਼ਨ ਦੇਣ ਵਾਸਤੇ ਜਾਂਦੇ ਨੇ। ਜਦੋਂ ਦਰਸ਼ਨ ਦਿੰਦੇ ਨੇ ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਤਮਾ ਚੰਗੀ ਰਾਮ ਜੀ ਨਾਲ ਬਚਨ ਕਰਦੇ ਨੇ ਕਿ ਮਹਾਤਮਾ ਜੀ ਤੁਸੀਂ ਦੱਸੋ ਕਿ ਉਹ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਦਰਸ਼ਨ ਦੀਦਾਰ ਕੈਸਾ ਸੀ। ਉਹ ਮਹਾਤਮਾ ਚੰਗੀ ਰਾਮ ਹੱਸ ਪੈਂਦੇ ਨੇ, ਹੱਸ ਕੇ ਬਚਨ ਕਰਦੇ ਨੇ, ਕਹਿੰਦੇ ਨੇ ਨਾ ਭੁਲਾਵੋ, ਮੈਨੂੰ ਨਾ ਦੁਬਿਧਾ ਵਿੱਚ ਪਾਵੋ। ਤੁਸੀਂ ਤੇ ਮੈਨੂੰ ਲੱਖੀ ਜੰਗਲ ਵਿੱਚ ਦਰਸ਼ਨ ਦੇ ਕੇ ਬਚਨ ਕੀਤਾ ਸੀ ਮੈਂ ਤੇਰੇ ਕੋਲ ਪ੍ਰਗਟ ਹੋਵਾਂਗਾ। ਮੈਨੂੰ ਤੇ ਤੁਹਾਡੇ ਵਿੱਚੋਂ ਉਸ ਦਾ ਹੀ ਰੂਪ ਦਿਖਾਈ ਦਿੰਦਾ ਹੈ। ਮੈਂ ਆਪਣੇ ਧਨ ਭਾਗ ਸਮਝਦਾ ਹਾਂ ਕਿ ਆਪ ਜੀ ਦਾ ਦਰਸ਼ਨ ਕਰਕੇ ਮੈਂ ਕਿਰਤਾਰਥ ਹੋ ਗਿਆ। ਗੁਰੂ ਕਲਗੀਧਰ ਪਾਤਸ਼ਾਹ ਦਾ ਕੀਤਾ ਹੋਇਆ ਬਚਨ ਜਿਹੜਾ ਤੁਸੀਂ ਉਦੋਂ ਕੀਤਾ ਸੀ ਲੱਖੀ ਜੰਗਲ ਵਿੱਚ, ਉਹ ਤੁਸੀਂ ਅੱਜ ਪੂਰਾ ਕਰਕੇ ਮੈਨੂੰ ਦੀਦਾਰ ਦਿੱਤੇ ਹਨ। ਤੋ ਇਸ ਤਰ੍ਹਾਂ ਦੇ ਬਚਨ ਆਮ ਜਿਹੜੇ ਨੇ ਉਹ ਹੁੰਦੇ ਹਨ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਸੰਸਾਰ ਵਿੱਚ ਪ੍ਰਗਟ ਹੋ ਰਹੇ ਨੇ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਵੇਖਦੇ ਨੇ ਇੱਕ ਦਿਨ ਨਾਗੇ ਸਾਧੂ ਆਉਂਦੇ ਨੇ, ਸਾਰੇ ਨਗਰ ਵਿੱਚ ਉਹ ਜਾਂਦੇ ਹਨ ਚੁਟਕਾ ਲੈਣ ਵਾਸਤੇ, ਭਿੱਖਿਆ ਲੈਣ ਵਾਸਤੇ, ਪਰ ਸਤਸੰਗੀ ਜਨੋ ਕੋਈ ਵੀ ਉਹਨਾਂ ਨੂੰ ਭਿੱਖਿਆ ਨਹੀਂ ਪਾਉਂਦਾ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਵੇਖਦੇ ਨੇ ਸਾਧੂ ਖਾਲੀ ਤੁਰ ਚੱਲੇ ਨੇ, ਭੁੱਖੇ ਨਗਰ ਵਿੱਚੋਂ ਚੱਲੇ ਨੇ, ਆਵਾਜ਼ ਮਾਰਦੇ ਨੇ ਉਹਨਾਂ ਨੂੰ। ਆਵਾਜ਼ ਮਾਰ ਕੇ ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਨੂੰ ਜਿੰਨਾ ਵੀ ਘਰ ਵਿੱਚ ਪਦਾਰਥ ਹੈ, ਜਿੰਨੇ ਪ੍ਰਸ਼ਾਦੇ ਪੱਕੇ ਨੇ ਸਾਰੇ ਪ੍ਰਸ਼ਾਦੇ ਦੇ ਦਿੰਦੇ ਨੇ। ਤੇ ਇਤਿਹਾਸ ਵਿੱਚ ਆਉਂਦਾ ਕਿ ਹਾਲੇ 3 ਕੀ ਪ੍ਰਸ਼ਾਦੇ ਮਾਤਾ ਜੀ ਨੇ ਪਕਾਏ ਸਨ ਤੇ ਬਾਕੀ ਜਿਹੜਾ ਆਟਾ ਵੀ ਹਾਲੇ ਪੀਸਣ ਵਾਲਾ ਸੀ। ਮੱਕੀ ਜ਼ਰੂਰ ਘਰ ਵਿੱਚ ਸੀ ਪਰ ਆਟਾ ਪੀਸਿਆ ਹੋਇਆ ਨਹੀਂ ਸੀ। ਤੇ ਉਹ ਪ੍ਰਸ਼ਾਦੇ ਫੜ ਕੇ ਤੇ ਉਹਨਾਂ ਸਾਧੂਆਂ ਨੂੰ ਦੇ ਦਿੰਦੇ ਨੇ, ਲਓ ਛਕੋ। ਤੇ ਮਾਤਾ ਜੀ ਅਰਜ਼ ਕਰਦੇ ਨੇ ਜੀ ਲੜਕੀ ਜੋਗੇ ਤੇ ਗੁੱਡੀ ਜੋਗੇ ਤੇ ਰੱਖ ਲੈਂਦੇ, ਬੱਚੀ ਜੋਗੇ ਤੇ ਰੱਖ ਲੈਂਦੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਹੁਕਮ ਕੀਤਾ ਤੂੰ ਹੋਰ ਪੀਸ ਕੇ ਫੇਰ ਪਕਾ ਲੈ, ਸਾਧੂ ਨਗਰ ਵਿੱਚੋਂ ਭੁੱਖੇ ਨਹੀਂ ਜਾਣੇ ਚਾਹੀਦੇ। ਤੋ ਇਸ ਤਰ੍ਹਾਂ ਦੇ ਬਚਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਕਰਦੇ ਨੇ। ਸਤਿਗੁਰੂ ਜੀ ਇਸ ਤਰ੍ਹਾਂ ਦੀਆਂ ਖੇਡਾਂ ਸ੍ਰੀ ਭੈਣੀ ਸਾਹਿਬ ਵਿੱਚ ਕਰ ਰਹੇ ਹਨ। ਹੌਲੀ ਹੌਲੀ ਸਮਾਂ ਆਵੇਗਾ, ਗਰੀਬ ਨਿਵਾਜ ਸੱਚੇ ਪਾਤਸ਼ਾਹ ਸਤਿਗੁਰੂ ਰੂਪ ਵਿੱਚ ਪ੍ਰਗਟ ਹੋਣਗੇ। ਸਤਿਗੁਰੂ ਸੱਚੇ ਪਾਤਸ਼ਾਹ ਦੇਸ਼ ਦੀ ਆਜ਼ਾਦੀ ਦਾ ਝੰਡਾ ਇਸ ਸ੍ਰੀ ਭੈਣੀ ਸਾਹਿਬ ਦੇ ਮੁਕਾਮ ਤੋਂ ਲਹਿਰਾਉਣਗੇ। ਅੱਜ ਦੇ ਇਤਿਹਾਸ ਤੋਂ ਬਾਅਦ ਆਪ ਜੀ ਸਰਵਣ ਕਰੋਗੇ ਕਿ ਸਤਿਗੁਰੂ ਸੱਚੇ ਪਾਤਸ਼ਾਹ 3 ਕੁ ਸਾਲ ਸ੍ਰੀ ਭੈਣੀ ਸਾਹਿਬ ਵਿਖੇ ਵਾਹੀ ਕਰਦੇ ਨੇ। ਉਪਰੰਤ ਸਤਿਗੁਰੂ ਸੱਚੇ ਪਾਤਸ਼ਾਹ ਰਾਈਆਂ ਜਾਂਦੇ ਨੇ, ਉੱਥੇ ਵਾਹੀ ਕਰਦੇ ਨੇ। ਉੱਥੋਂ ਫਿਰ ਦੁਬਾਰਾ ਸ੍ਰੀ ਭੈਣੀ ਸਾਹਿਬ ਆਉਂਦੇ ਨੇ, ਫਿਰ ਫਿਰੋਜ਼ਪੁਰ ਜਾਣਾ। ਫਿਰ ਇਸ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਵੱਲੋਂ ਲੋਹੇ ਕੱਪੜੇ ਦੀ ਦੁਕਾਨ ਅਤੇ ਸੰਤ ਖਾਲਸੇ ਦੀ ਸਾਜਨਾ, ਇਸ ਦੇ ਬਾਰੇ ਆਪ ਜੀ ਇਤਿਹਾਸ ਸਰਵਣ ਕਰੋਗੇ। ਇੰਨੀਆਂ ਕੁ ਬੇਨਤੀਆਂ ਕਰਦਾ ਹੋਇਆ ਖਿਮਾ ਦਾ ਜਾਚਕ ਹਾਂ। ਸਭ ਮਾਈ ਭਾਈ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ।